ਇਹ ਕਿਸਾਨ ਤੇ ਪਹਿਲਾਂ ਹੀ ਆਤਮ ਹੱਤਿਆ ਪਤਾ ਨਹੀਂ ਕਿੰਨੀਆਂ ਕੁ ਕਰ ਰਹੇ ਨੇ ਤੇ ਜਦੋਂ ਇਹ ਪਾਸ ਕਰ ਦੇਣਗੇ ਫਿਰ ਤੇ ਇਹਨਾਂ ਕੋਲੋਂ ਦੇਸ਼ ਵੀ ਨਹੀਂ ਸੰਭਾਲਿਆ ਜਾਣਾ। ਕਿਸਾਨ ਇੱਕ ਉਹ ਸ਼ਖਸੀਅਤ ਆ ਜਾਂ ਅੰਨਦਾਤਾ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਹਰ ਇੱਕ ਦਾ ਢਿੱਡ ਭਰਦਾ, ਪਰ ਅੱਜ ਉਹ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ। ਇਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਹੋ ਰਿਹਾ ਹੈ ਜੀ, ਕਿਉਂਕਿ ਜਿਹੜੀਆਂ ਪਾਲਿਸੀਆਂ ਬਣਦੀਆਂ ਹਨ ਇਹ ਪਾਲਿਸੀਆਂ ਜੇ ਕਿਸਾਨਾਂ ਦੇ ਰੂਰਲ ਏਰੀਏ ਦੇ ਵਿੱਚ ਆ ਕੇ ਬਣਾਈਆਂ ਜਾਣ ਤੇ ਉਹਨਾਂ ਦਾ ਰਿਜ਼ਲਟ ਹੋਰ ਹੁੰਦਾ ਹੈ। ਜੇ ਪਾਲਿਸੀਆਂ ਏਸੀ ਕਮਰਿਆਂ ਵਿੱਚ ਬਣਾਈਆਂ ਜਾਣ ਤੇ ਉਹਨਾਂ ਦਾ ਰਿਜ਼ਲਟ ਹੋਰ ਹੁੰਦਾ ਹੈ। ਜਦੋਂ ਅਸੀਂ ਰੂਰਲ ਏਰੀਏ 'ਚ ਜਾਵਾਂਗੇ ਉੱਥੋਂ ਪਤਾ ਲੱਗੇਗਾ ਕਿਸਾਨ ਗਰਮੀ ਦੇ ਵਿੱਚ ਵੱਟਾਂ 'ਤੇ ਕਿਵੇਂ ਪਾਣੀ ਲਗਾਉਂਦਾ ਹੈ, ਸੱਪਾਂ ਦੀਆਂ ਸਿਰੀਆਂ 'ਤੇ ਕਿਵੇਂ ਰਾਤ ਨੂੰ ਤੁਰਦਾ ਹੈ, ਤੇ ਉਸ ਹਿਸਾਬ ਨੂੰ ਲੈ ਕੇ ਫਿਰ ਪਾਲਿਸੀਆਂ ਬਣਨਗੀਆਂ ਤੇ ਫਿਰ ਬਿਲਕੁਲ ਕਿਸਾਨ ਕਾਮਯਾਬ ਹੋਵੇਗਾ। ਇਹ ਤਾਂ ਜੀ ਬਹੁਤ ਮਾੜੀਆਂ ਨੀਤੀਆਂ ਨੇ। 250 ਜਥੇਬੰਦੀ ਹੈ, ਹਰਿਆਣਾ ਸਾਡੇ ਨਾਲ ਹੈ, ਅਸੀਂ ਇੱਕ ਮੁੱਠ ਹੋ ਕੇ ਚੰਡੀਗੜ੍ਹ ਨੂੰ ਪੂਰਾ ਘੇਰਾਂਗੇ, ਸਰਕਾਰ ਨੂੰ ਸੈਂਟਰ ਦੀ ਨੂੰ ਹਿਲਾ ਕੇ ਛੱਡਾਂਗੇ। ਜਿਹੜੇ ਜਾ ਕੇ ਉੱਥੇ ਵੋਟਾਂ ਪਾਉਂਦੇ ਨੇ ਉਧਰ ਉਰੇ ਆ ਕੇ ਕੁਝ ਕਹਿੰਦੇ ਨੇ, ਉੱਥੇ ਸਾਈਨ ਕਰਦੇ ਨੇ, ਉਹਨਾਂ ਨੂੰ ਅਸੀਂ ਪਿੰਡ ਜਦੋਂ ਵੀ ਆ ਕੇ ਉਹ ਵੜਨਗੇ ਤਾਂ ਉਹਨਾਂ ਦਾ ਐਸਾ ਸਵਾਗਤ ਹੋਊਗਾ ਜਿਹੜਾ ਯਾਦ ਰੱਖਣਗੇ ਵੀ ਅਸੀਂ ਜ਼ਿਮੀਂਦਾਰਾਂ ਨਾਲ ਪੰਗਾ ਲਿਆ। ਜਿਹੜੀ ਅਕਾਲੀ ਦਲ ਸਰਕਾਰ ਆ ਉਹ ਕਿਸਾਨਾਂ ਦੀ ਹਿਤੈਸ਼ੀ ਕਹਾਉਂਦੀ ਆ, ਉਹ ਇਸ ਤੇ ਕੋਈ ਬੋਲਣ ਲਈ ਕੁਝ ਵੀ ਨਹੀਂ ਬੋਲ ਵੀ ਨਹੀਂ ਰਹੀ, ਉਹ ਚੁੱਪ ਵੱਟੀ ਬੈਠੇ ਨੇ। ਉਹਨਾਂ ਨੂੰ ਕਿਵੇਂ ਦੇਖਦੇ ਹੋ? ਉਹਨਾਂ ਨੂੰ ਅਸੀਂ ਦੇਖਦੇ ਹਾਂ ਜੀ ਉਹ ਝੂਠ ਬੋਲਦੇ ਨੇ। ਜਾ ਕੇ ਸੈਂਟਰ 'ਚ ਦੇਖੋ, ਬਾਦਲ ਪਰਿਵਾਰ ਦੇ 2 ਮੈਂਬਰ ਨੇ, ਜਾ ਕੇ ਉੱਥੇ ਕੁਝ ਕਹਿੰਦੇ ਨੇ, ਉਰੇ ਆ ਕੇ ਕੁਝ ਕਹਿੰਦੇ ਨੇ। ਸੋ ਅਸੀਂ ਤਾਂ ਕਹਾਂਗੇ ਹੁਣ ਇਹ ਜਿੰਨਾ ਝੂਠਾਂ ਦੀ ਸਿਆਸਤ ਹੈ ਨਾ, ਇਹ ਹੁਣ ਸਾਡੇ ਜ਼ਿਮੀਂਦਾਰ ਹੋਣ ਨਹੀਂ ਦੇਣਗੇ। ਹੁਣ ਜ਼ਿਮੀਂਦਾਰ ਜਾਗ ਪਏ ਨੇ, ਇਹਨਾਂ ਦੇ ਬੱਚੇ ਵੀ ਹੁਣ ਸਿਆਣੇ ਹੋ ਗਏ ਨੇ, ਪੜ੍ਹੇ ਲਿਖੇ ਨੇ, ਇਸ ਕਰਕੇ ਹੁਣ ਇਹ ਜਾਗ ਪਏ ਨੇ। ਹੁਣ ਇਹ ਯੂਥ ਹੀ ਸਾਰੀ ਕਮਾਨ ਨੂੰ ਸੰਭਾਲਣਗੇ। ਬੇਸ਼ੱਕ ਅਸੀਂ ਬੁੱਢੇ ਹੋ ਗਏ ਹਾਂ, ਹੁਣ ਅਸੀਂ ਇਹਨਾਂ ਨੂੰ ਇਹ ਸਾਰੀਆਂ ਗੱਲਾਂ ਸਮਝਾਤੀਆਂ ਨੇ ਵੀ ਸਾਡੀ 60 ਸਾਲ 70 ਸਾਲ ਦੀ ਉਮਰ ਹੋ ਗਈ ਹੈ, ਸਾਡੇ ਤੁਹਾਨੂੰ ਗੋਡੇ ਵੀ ਕੰਮ ਨਹੀਂ ਕਰਦੇ, ਪਰ ਹੁਣ ਤੁਸੀਂ ਇਹਨਾਂ ਤੋਂ ਸੋਚ ਸਮਝ ਕੇ ਚੱਲਣਾ ਹੈ ਤਾਂ ਕਿ ਕਿਸਾਨੀ ਬਚ ਸਕੇ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ। ਅੱਜ ਅਸੀਂ ਖੜੇ ਹਾਂ ਸਰਹੰਦ ਹਾਈਵੇ ਤੇ, ਜਿੱਥੇ ਕਿ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ 3 ਆਰਡੀਨੈਂਸਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਹੈ। ਗੱਲਬਾਤ ਕਰਦੇ ਹਾਂ, ਸਾਡੇ ਨਾਲ ਕਿਸਾਨ ਆਗੂ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਮੈਂ ਹਰਪਾਲ ਸਿੰਘ ਰੱਤਾ ਖੇੜਾ। ਜਿਹੜੇ ਮੋਦੀ ਸਰਕਾਰ ਵੱਲੋਂ 3 ਆਰਡੀਨੈਂਸ ਜਾਰੀ ਕੀਤੇ ਗਏ ਇਹਨਾਂ ਨੂੰ ਕਿਵੇਂ ਦੇਖਦੇ ਹੋ? ਵੇਖੋ ਜੀ, ਇਹ ਤਾਂ ਕਿਸਾਨ ਮਾਰੂ ਆਰਡੀਨੈਂਸ ਨੇ, ਕਿਉਂਕਿ ਜੇ ਇਹਨਾਂ ਨੂੰ ਪਾਸ ਕੀਤਾ ਜਾਂਦਾ ਹੈ ਤੇ ਕਿਸਾਨ ਤੇ ਪਹਿਲਾਂ ਹੀ ਆਤਮ ਹੱਤਿਆ ਪਤਾ ਨਹੀਂ ਕਿੰਨੀਆਂ ਕੁ ਕਰ ਰਹੇ ਨੇ, ਤੇ ਜਦੋਂ ਇਹ ਪਾਸ ਕਰ ਦੇਣਗੇ ਫਿਰ ਤੇ ਇਹਨਾਂ ਕੋਲੋਂ ਦੇਸ਼ ਵੀ ਨਹੀਂ ਸੰਭਾਲਿਆ ਜਾਣਾ। ਏਡੇ ਮਾਰੂ ਨੇ। ਇਹਦੀ ਮੈਂ ਉਦਾਹਰਨ ਦੇਣਾ, ਆ ਮੱਕੀ ਦੇਖੋ, ਪਿੱਛੇ 1825 ਰੁਪਏ ਮੱਕੀ ਦਾ ਰੇਟ ਹੈ ਸਰਕਾਰੀ, ਤੇ ਮੱਕੀ ਜ਼ਿਮੀਂਦਾਰ ਦੀ ਵਿਕੀ ਹੈ 800 ਰੁਪਏ ਤੋਂ ਲੈ ਕੇ 1000 ਰੁਪਏ ਤੱਕ। ਕੀ ਸਰਕਾਰ ਦਾ ਫਰਜ਼ ਨਹੀਂ ਸੀ ਬਣਦਾ ਵੀ ਮੱਕੀ 1825 ਰੁਪਏ ਲਈਏ? ਇਸ ਤੋਂ ਕਿਸਾਨ ਵੀਰ ਨੂੰ ਸੇਧ ਮਿਲ ਗਈ ਹੈ ਕਿ ਇਹ ਜਿਹੜੇ ਸਾਨੂੰ ਲਾਰਾ ਬੱਚਾ ਲਾਉਂਦੇ ਨੇ ਨਾ ਵੀ ਸਾਡੇ ਕਣਕ ਦੇ ਰੇਟ ਤੇ ਜੀਰੀ ਦੇ ਰੇਟ ਵੀ ਇਹ ਬਿਲਕੁਲ ਨਹੀਂ ਰਹਿਣੇ। ਇਹ ਆਰਡੀਨੈਂਸ ਇਸ ਕਰਕੇ ਬਿਲਕੁਲ ਖਤਮ ਕਰਨੇ ਚਾਹੀਦੇ ਨੇ। ਕਿਸਾਨ ਇੱਕ ਉਹ ਸ਼ਖਸੀਅਤ ਆ ਜਾਂ ਅੰਨਦਾਤਾ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਹਰ ਇੱਕ ਦਾ ਢਿੱਡ ਭਰਦਾ, ਪਰ ਅੱਜ ਉਹ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ। ਇਹ ਕਿਉਂ? ਇਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਹੋ ਰਿਹਾ ਹੈ ਜੀ, ਕਿਉਂਕਿ ਜਿਹੜੀਆਂ ਪਾਲਿਸੀਆਂ ਬਣਦੀਆਂ ਹਨ ਇਹ ਪਾਲਿਸੀਆਂ ਜੇ ਕਿਸਾਨਾਂ ਦੇ ਰੂਰਲ ਏਰੀਏ ਦੇ ਵਿੱਚ ਆ ਕੇ ਬਣਾਈਆਂ ਜਾਣ ਤੇ ਉਹਨਾਂ ਦਾ ਰਿਜ਼ਲਟ ਹੋਰ ਹੁੰਦਾ ਹੈ। ਜੇ ਪਾਲਿਸੀਆਂ ਏਸੀ ਕਮਰਿਆਂ ਵਿੱਚ ਬਣਾਈਆਂ ਜਾਣ ਤੇ ਉਹਨਾਂ ਦਾ ਰਿਜ਼ਲਟ ਹੋਰ ਹੁੰਦਾ ਹੈ, ਕਿਉਂਕਿ ਸਾਰਾ ਕੁਝ ਤਾਂ ਜਦੋਂ ਅਸੀਂ ਰੂਰਲ ਏਰੀਏ 'ਚ ਜਾਵਾਂਗੇ ਉੱਥੋਂ ਪਤਾ ਲੱਗੇਗਾ ਕਿਸਾਨ ਗਰਮੀ ਦੇ ਵਿੱਚ ਵੱਟਾਂ 'ਤੇ ਕਿਵੇਂ ਪਾਣੀ ਲਗਾਉਂਦਾ ਹੈ, ਸੱਪਾਂ ਦੀਆਂ ਸਿਰੀਆਂ 'ਤੇ ਕਿਵੇਂ ਰਾਤ ਨੂੰ ਤੁਰਦਾ ਹੈ, ਤੇ ਉਸ ਹਿਸਾਬ ਨੂੰ ਲੈ ਕੇ ਫਿਰ ਪਾਲਿਸੀਆਂ ਬਣਨਗੀਆਂ ਤੇ ਫਿਰ ਬਿਲਕੁਲ ਕਿਸਾਨ ਕਾਮਯਾਬ ਹੋਵੇਗਾ। ਜਿਸ ਤਰ੍ਹਾਂ ਹੁਣ ਕਰੋਨਾ ਮਹਾਮਾਰੀ ਆਈ ਸੀਗੀ, ਹਰੇਕ ਨੂੰ ਬਸ ਇਹੀ ਸੀਗਾ ਵੀ ਸਾਨੂੰ ਕੁਝ ਖਾਣ ਨੂੰ ਮਿਲ ਜੇ। ਹਰੇਕ ਬੰਦੇ ਦਾ ਢਿੱਡ ਭਰਦਾ ਇੱਕ ਕਿਸਾਨ, ਪਰ ਸਰਕਾਰ ਇਸ ਤੋਂ ਇਲਾਵਾ ਕਿਸਾਨ ਬਾਰੇ ਸੋਚਦੀ ਕਿਉਂ ਨਹੀਂ? ਦੇਖੋ ਜੀ, ਇਹ ਜੋ ਕਰੋਨਾ ਮਹਾਮਾਰੀ ਆਈ ਹੈ ਬਹੁਤ ਮਾੜੀ ਹੈ, ਪਰ ਇਹਦੇ 'ਚ ਉਹੀ ਬਚੇ ਨੇ, ਇੱਕ ਦਾ ਜਿਹੜਾ ਕਿਸਾਨ ਦੇ ਨਾਲ ਜੁੜਿਆ ਹੋਇਆ ਮਜ਼ਦੂਰ ਹੈ ਤੇ ਜਾਂ ਕਿਸਾਨ ਹੈ। ਉਹ ਕਿਵੇਂ? ਕਿਉਂਕਿ ਇਕੱਲੇ ਇਕੱਲੇ ਰਹਿ ਕੇ ਕੰਮ ਕਰਦੇ ਨੇ, ਇਹਨਾਂ ਨੂੰ ਕੋਈ ਜ਼ਿਆਦਾ ਮੂੰਹ ਬਣਨ ਦੀ ਜ਼ਰੂਰਤ ਨਹੀਂ ਪਈ, ਇਹਨਾਂ ਕੋਈ ਦੂਰੀ ਤੇ ਰਹਿ ਕੇ ਆਪੋ ਆਪਦੇ ਕੰਮਾਂ 'ਚ ਲੱਗੇ ਹੋਏ ਨੇ। ਜਿਹੜੇ ਵਿਹਲੜ ਬੰਦੇ ਨੇ
ਉਹਨਾਂ ਨੂੰ ਇਹ ਬਿਮਾਰੀਆਂ ਜ਼ਿਆਦਾ ਆਈਆਂ ਨੇ ਕਿਉਂਕਿ ਉਹਨਾਂ ਕੋਲ ਸਮੇਂ ਨਹੀਂ ਹੁੰਦਾ ਬਾਹਰ ਜਾਣ ਦਾ, ਇਕੱਲੇ ਇਕੱਲੇ ਹੋਣ ਦਾ। ਸੋ ਜ਼ਿਮੀਂਦਾਰ ਤੋਂ ਖਾਸ ਕਰਕੇ ਸੇਧ ਲੈਣੀ ਚਾਹੀਦੀ ਹੈ, ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ। ਜਿਸ ਤਰ੍ਹਾਂ ਹੁਣ ਤੁਸੀਂ ਇੱਥੇ ਧਰਨਾ ਪ੍ਰਦਰਸ਼ਨ ਕੀਤਾ, ਜੇ ਇਹਨਾਂ ਨੂੰ ਲੈ ਕੇ ਮੋਦੀ ਸਰਕਾਰ ਜਿਹੜੀ ਉਹ ਆਪਣੇ ਆਰਡੀਨੈਂਸ ਵਾਪਸ ਨਹੀਂ ਲੈਂਦੀ, ਇਹ ਤੋਂ ਬਾਅਦ ਤੁਸੀਂ ਹੋਰ ਤਿੱਖਾ ਰੋਸ ਪ੍ਰਦਰਸ਼ਨ ਹੋਰ ਕਿਹੜੀ ਜਗ੍ਹਾ ਤੇ ਕਰਨਗੇ ਇਹ ਤੋਂ ਇਲਾਵਾ? ਵੇਖੋ ਜੀ, ਜੋ ਜਥੇਬੰਦੀ ਵਰਗੋਂ ਸਾਨੂੰ ਰੱਜੇਵਾਲ ਸਾਹਿਬ ਦਾ ਆਰਡਰ ਹੋਵੇਗਾ ਜਾਂ ਸਾਰੀਆਂ ਜਥੇਬੰਦੀਆਂ ਹੁਣ ਸਾਡੀਆਂ ਇਕੱਠੀਆਂ ਆਣ 11 ਜਥੇਬੰਦੀਆਂ, ਜੋ ਵੀ ਹੁਕਮ ਕਰਨਗੇ ਅਸੀਂ ਸਾਰਿਆਂ ਨੇ ਉਸ 'ਤੇ ਪਹਿਰਾ ਦੇਣਾ ਹੈ, ਸਾਰਿਆਂ ਨੇ ਇਕੱਠੇ ਹੋ ਕੇ ਚੱਲਣਾ ਹੈ। ਅਸੀਂ ਹੁਣ ਸਾਰੇ ਇੱਕ ਹਾਂ ਤੇ ਇੱਕ ਹੋ ਕੇ ਚੱਲਾਂਗੇ। ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਮੋਦੀ ਸਰਕਾਰ ਨੇ ਆਰਡੀਨੈਂਸ ਜਾਰੀ ਕੀਤੇ ਨੇ? ਇਹ ਤਾਂ ਜੀ ਬਹੁਤ ਮਾੜੀਆਂ ਨੀਤੀਆਂ ਨੇ। 250 ਜਥੇਬੰਦੀ ਹੈ, ਹਰਿਆਣਾ ਸਾਡੇ ਨਾਲ ਹੈ। ਅਸੀਂ ਇੱਕ ਮੁੱਠ ਹੋ ਕੇ ਚੰਡੀਗੜ੍ਹ ਨੂੰ ਪੂਰਾ ਘੇਰਾਂਗੇ, ਸਰਕਾਰ ਨੂੰ ਸੈਂਟਰ ਦੀ ਨੂੰ ਹਿਲਾ ਕੇ ਛੱਡਾਂਗੇ। ਜਿਹੜੇ ਜਾ ਕੇ ਉੱਥੇ ਵੋਟਾਂ ਪਾਉਂਦੇ ਨੇ, ਉੱਧਰ ਉਰੇ ਆ ਕੇ ਕੁਛ ਕਹਿੰਦੇ ਨੇ, ਉੱਥੇ ਸਾਈਨ ਕਰਦੇ ਨੇ, ਉਹਨਾਂ ਨੂੰ ਅਸੀਂ ਪਿੰਡ ਜਦੋਂ ਵੀ ਆ ਕੇ ਉਹ ਵੜਨਗੇ ਤਾਂ ਉਹਨਾਂ ਦਾ ਐਸਾ ਸਵਾਗਤ ਹੋਊਗਾ ਜਿਹੜਾ ਯਾਦ ਰੱਖਣਗੇ ਵੀ ਅਸੀਂ ਜ਼ਿਮੀਂਦਾਰਾਂ ਨਾਲ ਪੰਗਾ ਲਿਆ। ਜਿਹੜੇ ਅਸੀਂ ਕਿਸਾਨ ਹੈ, ਅਸੀਂ ਖਾਈ ਪੀ ਫਿਰਦੇ ਹਾਂ ਸਭ ਕੁਝ, ਸਾਨੂੰ ਮਰਨੇ ਦਾ ਕੋਈ ਡਰ ਨਹੀਂ। ਗਵਰਨਮੈਂਟ ਮਾਰੇ ਰਹੀ ਹੈ, ਅਸੀਂ ਕਦੇ ਨਹੀਂ ਡਰਾਂਗੇ, ਮਰਨ ਤੋਂ ਪਿੱਛੇ ਨਹੀਂ ਹਟਾਂਗੇ। ਗਵਰਨਮੈਂਟ ਨੂੰ ਝੁਕਣਾ ਪੈਣਾ ਜ਼ਿਮੀਂਦਾਰਾਂ ਦੇ ਮੂਹਰੇ। ਸਾਡੀ ਸਾਰੀ ਜਿੰਨੀ ਜਥੇਬੰਦੀ ਹੈ ਚੰਡੀਗੜ੍ਹ, ਇਸ ਤੋਂ ਜ਼ਿਆਦਾ ਅਸੀਂ ਇਕੱਠ ਹੋ ਕੇ ਧਰਨਾ ਦੇਵਾਂਗੇ ਗਵਰਨਮੈਂਟ ਨੂੰ। ਜਿਹੜੀਆਂ ਸਰਕਾਰਾਂ ਨੂੰ ਤੁਸੀਂ ਵੋਟਾਂ ਪਾਉਂਦੇ ਹੋ, ਅੱਜ ਤੁਸੀਂ ਇੱਥੇ ਬੈਠੇ ਹੋ, ਉਹਨਾਂ ਦਾ ਕੋਈ ਨੁਮਾਇੰਦਾ ਤੁਹਾਡੇ ਕੋਲੇ ਆਇਆ ਹੋਵੇ? ਉਹਨਾਂ ਦਾ ਨੁਮਾਇੰਦਾ ਕੋਈ ਨਹੀਂ ਆਉਂਦਾ। ਉਹਨਾਂ ਦਾ ਨੁਮਾਇੰਦਾ ਜਦ ਮਤਬਲ ਹੋਊਗਾ, ਮਤਬਲ ਆ ਕੇ ਫੇਰ ਹੱਥ ਜੋੜ ਕੇ ਫੇਰ ਆਉਂਦੇ ਨੇ, ਉਰੇ ਕੋਈ ਨਹੀਂ ਸਾਡੀ ਸੁਣਦਾ। ਉੱਥੇ ਜਾ ਕੇ ਕੁਛ ਕਹਿੰਦੇ ਨੇ, ਸਾਨੂੰ ਆ ਕੇ ਕੁਛ ਕਹਿੰਦੇ ਨੇ। ਹੁਣ ਸਾਨੂੰ ਪਤਾ ਲੱਗ ਗਿਆ ਵੀ ਇਹ ਖਰੀਦ ਕੀ ਕਰ ਰਹੇ ਨੇ, ਕਿਸ ਤਰ੍ਹਾਂ ਇਹ ਸਾਨੂੰ ਭੁਲੇਖਿਆਂ ਚ ਲਾਉਂਦੇ ਨੇ। ਪਹਿਲਾਂ ਜੀਓ ਫੋਨ ਵਾਲਿਆਂ ਨੇ ਸਾਨੂੰ ਫਰੀ ਦਿੱਤੇ, ਜਿੰਨਾ ਇੰਡੀਆ 'ਚ ਕੁੱਲ ਸਭ ਨੂੰ ਫਰੀ ਦਿੱਤਾ, ਚਾਰਟ ਤੇ ਲਾ ਲਿਆ। ਚਾਰਟ ਤੇ ਲਾ ਕੇ ਹੁਣ 200 ਰੁਪਈਆ ਮਹੀਨਾ ਕਰਤਾ। ਇਹ ਪ੍ਰਾਈਵੇਟ ਜਿਹੜੀ ਖਰੀਦ ਕਰ ਰਹੇ ਨੇ, ਉਹਨਾਂ ਨੂੰ ਕਹਿਣਗੇ ਵੀ 100-200 ਰੁਪਈਆ ਤੁਸੀਂ ਫਾਲਤੂ ਦੇ ਦਿਓ, ਵੀ ਕਿਸਾਨ ਭੱਜ ਕੇ ਦੇਊਗਾ। ਪਰ ਅਸੀਂ ਕਿਉਂ ਦੇਵਾਂਗੇ? ਸਾਨੂੰ ਪਤਾ ਹੈ ਹੁਣ 100-200 ਦੇ ਨਾਲ ਜੇ ਅਸੀਂ ਮੰਡੀ ਤੜਾ ਬੈਠੇ ਤਾਂ ਉਸ ਤੋਂ ਬਾਅਦ ਸਾਡਾ ਪੂਰਾ ਹੱਲ ਕੀ ਹੋਣਾ? ਜਿਵੇਂ ਮੱਕੀ ਦਾ ਹੋਇਆ ਤੇ ਉਹ ਸਾਡੀਆਂ ਜਿਣਸਾਂ ਦਾ ਹੋਊਗਾ। ਕਿਸਾਨ ਕਿੱਥੋਂ ਬਚੂਗਾ? ਜਦ ਇਹ ਰੇਟ ਨਾਲ ਨਹੀਂ ਕਿਸਾਨ ਬਚ ਰਿਹਾ ਤੇ ਫਿਰ ਮੰਡੀਆਂ ਟੁੱਟਣ ਕਰਨ ਨਾਲ ਕਿੱਥੋਂ ਬਚੂਗਾ? ਆੜਤੀ ਕਿੱਥੋਂ ਖਾਊਗਾ? ਜਿਹੜੇ ਮਜ਼ਦੂਰ ਨੇ, ਮਨੀਮ ਨੇ, ਗੱਡੀਆਂ ਵਾਲੇ, ਟਰਾਂਸਪੋਰਟ ਵਾਲੇ ਨੇ, ਉਹ ਕਿੰਨੇ ਫੇਲ ਹੋਣਗੇ? ਕਿੰਨੀ ਜਨਤਾ ਫੇਲ ਹੋਊਗੀ? ਪ੍ਰਾਈਵੇਟ ਹੋਣ ਦੇ ਨਾਲ ਦੇਸ਼ ਦੀ ਬਰਬਾਦੀ ਹੋ ਜਾਣੀ ਹੈ। ਦੇਸ਼ ਦੀ ਬਿਲਕੁਲ ਬਰਬਾਦੀ ਹੋ ਜਾਣੀ ਹੈ, ਕਿਸੇ ਵੀ ਪਾਸੇ ਨੂੰ ਜਾਈਏ। ਜਿਸ ਤਰ੍ਹਾਂ ਹੁਣ ਕਰੋਨਾ ਮਹਾਮਾਰੀ ਆਈ ਸੀਗੀ, ਜਿਹੜਾ ਕਿਸਾਨ ਆ ਹਰੇਕ ਦਾ ਢਿੱਡ ਭਰਦਾ, ਪਰ ਉਹਦੇ ਵਿੱਚ ਜਿਹੜੇ ਕਿਸਾਨ ਸੀਗੇ ਉਹਨਾਂ ਦਾ ਜਿਹੜਾ ਦੁੱਧ ਸੀਗਾ ਉਹ ਵੀ ਨਹੀਂ ਵਿਕ ਰਿਹਾ ਸੀਗਾ, ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਸੀ। ਉਹਨਾਂ ਨੂੰ ਕਿਵੇਂ ਦੇਖਦੇ ਹੋ? ਉਹਨਾਂ ਨੂੰ ਅਸੀਂ ਇਹ ਦੇਖਦੇ ਹਾਂ, ਸਭ ਗਵਰਨਮੈਂਟ ਦੀ ਚਾਲ ਹੈ। ਕਿਸਾਨ ਤਾਂ ਐਡਾ ਭੋਲਾ ਹੈ, ਜਿੱਥੇ ਕਿਤੇ ਔਕੜ ਆਉਂਦੀ ਆ ਉੱਥੇ ਵਿਚਾਰਾ ਲੰਗਰ ਲਾ ਲੈਂਦਾ, ਕੁਛ ਨਹੀਂ ਸੋਚਦਾ ਉਹ ਆਪਣੇ ਬਾਰੇ। ਉਹ ਜਾ ਕੇ ਲੰਗਰ ਲਾ ਕੇ ਦੂਏ ਦਾ ਢਿੱਡ ਭਰਦਾ, ਆਪ ਜਿਵੇਂ ਮਰਜ਼ੀ ਕੱਟੇ। ਪਰ ਗਵਰਨਮੈਂਟ ਨਹੀਂ ਇਹ ਸੋਚਦੀ ਵੀ ਕਿਸਾਨ ਕਿੰਨਾ ਖਾਣ ਨੂੰ ਦੇ ਰਿਹਾ, ਕਿੱਥੇ ਦਾ। ਅੱਜ ਤੋਂ ਪਹਿਲਾਂ ਕੀ ਹਾਲਤ ਆ, ਬਾਹਰੋਂ ਕਣਕਾਂ ਆਉਂਦੀਆਂ ਤੀਆਂ, ਸਾਡੇ ਦੇਖਦੀ ਪੀਪੀ 18 ਆਈ ਤੀ, ਅਮਰੀਕਨ ਆਈ ਤੀ, ਸਾਡੇ ਅਨਾਜ ਕਿਹੜਾ ਤਾ? ਕਿਸਾਨਾਂ ਨੇ ਬੰਜੜ ਤੋੜ ਕੇ, ਲੂਣ ਲੈ ਕੇ, ਟਰੈਕਟ ਖਰੀਦ ਕੇ ਅਸੀਂ ਖੁਦ ਟਿੱਬੇ ਚੱਕੇ ਨੇ। ਟਿੱਬੇ ਚੱਕ ਜ਼ਮੀਨਾਂ ਬਣਾਈਆਂ, ਲੋਨ ਲੈ ਕੇ ਮੋਟਰਾਂ ਲਾਈਆਂ, ਹੱਡ ਪਾਹੇ, ਆਪਣੇ ਬੱਚੇ ਵੀ ਅਨਪੜ੍ਹ ਕਰੇ ਤਾਂ ਕਿਤੇ ਇੱਥੇ ਤੱਕ ਦੇਸ਼ ਨੂੰ ਖਾਣ ਜੋਗਾ ਕਰਨ ਦਿੱਤਾ। ਜਦੋਂ ਦੇਸ਼ ਨੂੰ ਖਾਣ ਜੋਗਾ ਹੋ ਗਿਆ ਤਾਂ ਸਾਨੂੰ ਮਾਰਨਾ ਸ਼ੁਰੂ ਕਰ ਲਿਆ। ਹੁਣ ਸਾਨੂੰ ਇਹ ਮਾਰ ਰਹੇ ਨੇ। ਅਸੀਂ ਦੇਸ਼ ਦਾ ਢਿੱਡ ਭਰਿਆ, ਸਾਨੂੰ ਇਹ ਹੁਣ ਕਿਸਾਨ ਨੂੰ ਮਾਰ ਰਹੀ ਹੈ ਜ਼ਿਮੀਂਦਾਰਾਂ। ਜਿਸ ਤਰ੍ਹਾਂ ਕੈਪਟਨ ਸਰਕਾਰ ਨੇ ਕਰਜ਼ੇ ਮਾਫ ਕਰਨ ਦੀ ਗੱਲ ਕੀਤੀ ਸੀਗੀ, ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਕਰਜ਼ੇ ਮਾਫ ਹੋਏ ਨੇ ਜਾਂ ਫਿਰ ਨਹੀਂ? ਉਹ ਕੁਝ ਵੀ ਨਹੀਂ ਹੋਇਆ ਜੀ। ਲੋਲੀਪੌਪ ਦਿਆ ਗਿਆ, ਕਿਸੇ ਦਾ ਹੋ ਗਿਆ, ਕਿਸੇ ਦਾ ਨਹੀਂ, ਕਿਸੇ ਨੂੰ ਥੋੜਾ ਦੇਤਾ, ਕਿਸੇ ਨੂੰ ਨਹੀਂ, ਪਰ ਕੁਝ ਨਹੀਂ ਹੋਇਆ। ਉਹਨਾਂ ਨੇ ਫੋਨਾਂ ਬਾਰੇ ਵੀ ਕਿਹਾ ਤਾਂ, ਕਿੰਨੀਆਂ ਨੌਕਰੀਆਂ ਬਾਰੇ ਲਾਇਆ ਤਾਂ, ਕੋਈ ਵੀ ਸ਼ਰਤ ਉਹਨਾਂ ਦੀ ਪੂਰੀ ਸਹੀ ਬਿਲਕੁਲ ਨਹੀਂ ਹੋਈ। ਅੱਧ ਵਿਚਾਲਾ ਲਟਕਾ ਕੇ, ਅੱਧ ਵਿਚਾਲਾ ਲਟਕਾਏ ਨੇ ਸਾਰੇ। ਝੂਠੇ ਲਾਰੇ ਲਾਉਂਦੇ ਨੇ, ਝੂਠੇ ਲਾਰੇ ਲਾ ਕੇ ਸਭ ਕਿਸਾਨਾਂ ਨੂੰ ਬਰਬਾਦ ਕਰ ਰਹੇ ਨੇ। ਪਰ ਹੁਣ ਸਾਨੂੰ ਸਾਰੇ ਕਿਸਾਨਾਂ ਨੂੰ, ਸਾਡੇ ਜਿਹੜੇ ਬੱਚੇ ਨੇ, ਨੌਜਵਾਨ ਤੁਹਾਡੇ ਵਰਗੇ ਪੜ੍ਹੇ ਲਿਖੇ, ਉਹ ਸਾਨੂੰ ਦੱਸ ਰਹੇ ਨੇ ਵੀ ਆਪਾਂ ਨੂੰ ਮਾਰਨਗੇ, ਤੁਸੀਂ ਉੱਠੋ। ਅਸੀਂ ਬੁੜੇ ਤਾਂ ਮੂਹਰੇ ਹੋਏ ਆ ਵੀ ਚਲੋ ਸਾਡਾ ਤਾਂ ਖਾਧਿਆ ਪੀਤਾ, ਜੋ ਕਰਨਾ ਗਵਰਨਮੈਂਟ ਨੇ ਕਰ। ਜਿਹੜੀ ਅਕਾਲੀ ਦਲ ਸਰਕਾਰ ਆ ਉਹ ਕਿਸਾਨਾਂ ਦੀ ਹਿਤੈਸ਼ੀ ਕਹਾਉਂਦੀ ਆ, ਉਹ ਇਸ ਤੇ ਕੋਈ ਬੋਲਣ ਲਈ ਕੁਝ ਵੀ ਨਹੀਂ, ਬੋਲ ਵੀ ਨਹੀਂ ਰਹੀ, ਉਹ ਚੁੱਪ ਵੱਟੀ ਬੈਠੇ ਨੇ। ਉਹਨਾਂ ਨੂੰ ਕਿਵੇਂ ਦੇਖਦੇ ਹੋ? ਉਹਨਾਂ ਨੂੰ ਅਸੀਂ ਦੇਖਦੇ ਹਾਂ ਜੀ, ਉਹ ਝੂਠ ਬੋਲਦੇ ਨੇ। ਜਾ ਕੇ ਸੈਂਟਰ 'ਚ ਦੇਖੋ, ਬਾਦਲ ਪਰਿਵਾਰ ਦੇ 2 ਮੈਂਬਰ ਨੇ, ਜਾ ਕੇ ਉੱਥੇ ਕੁਛ ਕਹਿੰਦੇ ਨੇ, ਉਰੇ ਆ ਕੇ ਕੁਛ ਕਹਿੰਦੇ ਨੇ। ਅਸੀਂ ਦੇਖਦੇ ਤੇ ਵੀ ਸਾਡੇ ਨਾਲ ਖੜਨਗੇ ਉਹ, ਪਰ ਖੜਦੇ ਸਾਨੂੰ ਨਜ਼ਰ ਨਹੀਂ ਆਉਂਦੇ ਉਹ। ਦੱਸੋ ਜੀ, 10 ਸਾਲ ਉਹਨੂੰ ਰਹੀ ਹਰਸਿਮਰਤ। ਦੇਖੋ ਜੀ, ਹਰਸਿਮਰਤ ਫੂਡ ਮੰਤਰੀ ਰਹੀ ਆਪਣੀ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਇਹ ਜੋ ਕੁਝ ਵੀ ਕਰ ਰਹੇ ਨੇ ਨਾ, ਇਹ ਸਾਨੂੰ ਲੋਲੀਪੌਪ ਦੇ ਕੇ
ਸਾਨੂੰ ਭਰਮਾ ਲੈਂਦੇ ਨੇ। ਸਾਡੇ ਲੋਕ ਵਿਚਾਰੇ ਅਨਪੜ੍ਹ ਨੇ, ਪੜ੍ਹੇ ਲਿਖੇ ਘੱਟ ਹੋਣ ਕਰਕੇ ਸਾਡੇ ਬੱਚਿਆਂ ਨੂੰ ਵੀ ਇਹ ਨਜਾਇਜ਼ ਉਸੇ ਢੰਗ ਦੇ ਨਾਲ ਆਪਣੇ ਨਾਲ ਲਾ ਲੈਂਦੇ ਨੇ। ਤੁਸੀਂ ਦੇਖਿਆ ਹੋਣਾ ਸਾਡੇ ਪਰਿਵਾਰ ਟੁੱਟ ਰਹੇ ਨੇ। ਕਿਉਂ ਟੁੱਟ ਰਹੇ ਨੇ ਪਰਿਵਾਰ? ਕਿਉਂਕਿ ਸਿਆਸੀ ਲੋਕ ਨੇ, ਇਹ ਉਹਨੂੰ ਇਹੋ ਜਿਹਾ ਖਾਣਾ ਦਿੰਦੇ ਨੇ ਕਿ ਉਹ ਬੱਚਾ ਵਿਚਾਰਾ ਆਪਦੇ ਮਾਂ ਬਾਪ ਤੋਂ ਉਧਰ ਨੂੰ ਟੁੱਟ ਪੈਂਦਾ ਹੈ। ਅੱਜ ਦਾ ਕਿਸੇ ਨੂੰ ਨੌਕਰੀਆਂ ਦਿੱਤੀਆਂ ਨੇ, ਕਿੰਨੀਆਂ ਕੁ ਦਿੱਤੀਆਂ ਨੇ? ਜੇ ਦਿੱਤੀਆਂ ਹੁੰਦੀਆਂ ਸਾਡੇ ਬੱਚੇ ਬਾਹਰ ਕਿਉਂ ਜਾਂਦੇ? ਸਾਡੇ ਤਾਂ ਬੱਚੇ ਜਿਹੜੇ ਨੇ ਬਾਹਰ ਚਲੇ ਗਏ ਨੇ, ਜਿਹੜੇ ਸਾਡੇ ਮਾਂ ਪਿਓ ਨੇ ਇੱਥੇ ਰੁਲਦੇ ਨੇ। ਇਹ ਇਹਨਾਂ ਦੀਆਂ ਪਾਲਿਸੀਆਂ ਨੇ। ਹਰਸਿਮਰਤ ਕੌਰ ਨੂੰ ਦਿਸਦਾ ਨਹੀਂ ਵੀ ਕਿਸਾਨ ਦੀ ਬਰਬਾਦੀ ਹੋ ਰਹੀ ਹੈ? ਕਿੰਨੇ ਸਾਲ ਹੋ ਗਏ ਨੇ ਫੂਡ ਸਪਲਾਈ ਮੰਤਰੀ ਹੋ, ਇੱਕ ਹੀ ਬਦਲ ਦੀ ਗੱਲ ਕਰਦੇ ਨੇ, ਕਹਿੰਦੇ ਬਦਲ ਲਿਆਵੋ। ਬਦਲ ਅਸੀਂ ਕਾਹਦੇ ਨਾਲ ਲਿਆਵਾਂਗੇ? ਬਦਲ ਮੱਕੀ ਦਾ ਲਿਆਂਦਾ ਸੀ, ਦੇਖੋ ਕਿਆ ਹਾਲ ਹੋਇਆ ਹੈ। ਸੋ ਅਸੀਂ ਤਾਂ ਕਹਾਂਗੇ ਹੁਣ ਇਹ ਜਿੰਨਾ ਝੂਠਾਂ ਦੀ ਸਿਆਸਤ ਹੈ ਨਾ, ਇਹ ਹੁਣ ਸਾਡੇ ਜ਼ਿਮੀਂਦਾਰ ਹੋਣ ਨਹੀਂ ਦੇਣਗੇ। ਹੁਣ ਜ਼ਿਮੀਂਦਾਰ ਜਾਗ ਪਏ ਨੇ, ਇਹਨਾਂ ਦੇ ਬੱਚੇ ਵੀ ਹੁਣ ਸਿਆਣੇ ਹੋ ਗਏ ਨੇ, ਪੜ੍ਹੇ ਲਿਖੇ ਨੇ, ਇਸ ਕਰਕੇ ਹੁਣ ਇਹ ਜਾਗ ਪਏ ਨੇ। ਹੁਣ ਇਹ ਯੂਥ ਹੀ ਸਾਰੀ ਕਮਾਨ ਨੂੰ ਸੰਭਾਲਣਗੇ। ਬੇਸ਼ੱਕ ਅਸੀਂ ਬੁੱਢੇ ਹੋ ਗਏ ਹਾਂ, ਹੁਣ ਅਸੀਂ ਇਹਨਾਂ ਨੂੰ ਇਸ ਸਾਰੀਆਂ ਗੱਲਾਂ ਸਮਝਾਤੀਆਂ ਨੇ ਵੀ ਸਾਡੀ 60 ਸਾਲ 70 ਸਾਲ ਦੀ ਉਮਰ ਹੋ ਗਈ ਹੈ, ਸਾਡੇ ਤੁਹਾਨੂੰ ਗੋਡੇ ਵੀ ਕੰਮ ਨਹੀਂ ਕਰਦੇ, ਪਰ ਹੁਣ ਤੁਸੀਂ ਇਹਨਾਂ ਤੋਂ ਸੋਚ ਸਮਝ ਕੇ ਚੱਲਣਾ ਹੈ ਤਾਂ ਕਿ ਕਿਸਾਨੀ ਬਚ ਸਕੇ। ਇਹ ਸਾਡੇ ਨਾਲ ਕੁਝ ਕਿਸਾਨ ਆਗੂ ਜਿਨ੍ਹਾਂ ਨੇ ਕਿਹਾ ਹੈ ਕਿ ਜੇਕਰ ਮੋਦੀ ਸਰਕਾਰ ਆਰਡੀਨੈਂਸ ਵਾਪਸ ਨਹੀਂ ਲੈਂਦੀ ਤਾਂ ਇਹਨਾਂ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਹਨਾਂ ਦਾ ਕਹਿਣਾ ਹੈ ਕਿ ਹੁਣ ਅਸੀਂ ਜਾਗ ਪਏ ਹਾਂ, ਸਰਕਾਰਾਂ ਨੂੰ ਜਗਾ ਕੇ ਰਹਾਂਗੇ। ਕੈਮਰਾਮੈਨ ਆਸ਼ੂ ਦੇ ਨਾਲ ਮੈਂ ਸੁਖਵੀਰ ਭੰਗੂ, ਧੰਨਵਾਦ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।